च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਅੱਛੇ ਸੱਚੇ ਜੀਵਿਤ ਦਿਆ ਕਰਨ ਵਾਲੇ ਪਰਮੇਸ਼ਵਰ ਨੂੰ ਪ੍ਰਾਰਥਨਾਵਾਂ ਨੂੰ ਸੁਣਦੇ ਹੋ। ਅੱਜ ਇੱਕ ਵਾਰ ਫਿਰ ਤੋਂ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ। ਖੁਦਾਵੰਦ ਅਸੀਂ ਵਚਨਾਂ 'ਚੋਂ ਸਿੱਖ ਸਕੀਏ। ਹੋਣ ਦਿਓ ਕਿ ਜਦੋਂ ਅੱਜ ਅਸੀਂ ਤੁਹਾਡੇ ਵਚਨ ਪੜ੍ਹੀਏ, ਇਹ ਵਚਨ ਸਾਡੇ ਨਾਲ ਗੱਲ ਕਰਨ, ਹਰੇਕ ਦੀ ਲਾਈਫ ਨੂੰ ਹਰ ਡਿਸਟਰਬੈਂਸ, ਹਰ ਡਿਸਟਰੈਕਸ਼ਨ ਤੋਂ ਆਜ਼ਾਦ ਕਰਨ। ਖੁਦਾਵੰਦ ਇਹ ਵਚਨ ਸਾਰਿਆਂ ਦੀ ਜ਼ਿੰਦਗੀ 'ਚ 100 ਗੁਣਾ ਫਲਾਂ ਨੂੰ ਲੈ ਕੇ ਆਉਣ। ਹਰ ਅੰਧਕਾਰ ਦੀ ਸ਼ਕਤੀ ਜੋ ਤੇਰੇ ਵਚਨਾਂ ਦੇ ਖਿਲਾਫ ਹੈ, ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਖਤਮ ਹੋਵੇ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਣ ਵਾਲੇ ਇੱਕ ਬਹੁਤ ਇੰਪੋਰਟੈਂਟ ਟੌਪਿਕ ਦੇ ਬਾਰੇ ਅਸੀਂ ਦੇਖਦੇ ਹਾਂ। ਸਾਡੀ ਲਾਈਫ ਦੇ ਵਿੱਚ ਬਹੁਤ ਵਾਰ ਅਜਿਹਾ ਹੁੰਦਾ, ਜਦੋਂ ਵੀ ਟਫ ਟਾਈਮ ਆਉਂਦਾ, ਜਦੋਂ ਵੀ ਉਹ ਚੀਜ਼ ਜੋ ਸਾਡੇ ਸੋਚ ਦੇ ਅਕੋਰਡਿੰਗ ਨਹੀਂ ਹੁੰਦੀ, ਤਾਂ ਸਾਨੂੰ ਇੱਦਾਂ ਲੱਗਦਾ ਕਿ ਪਰਮੇਸ਼ਰ ਸਾਡੀ ਪ੍ਰੀਖਿਆ ਕਰ ਰਿਹਾ। ਸਾਨੂੰ ਇੱਦਾਂ ਲੱਗਦਾ ਕਿ ਇਹ ਪ੍ਰਤਿਆਵਾ ਪਰਮੇਸ਼ਰ ਵੱਲੋਂ ਆਇਆ। ਅਸੀਂ ਕਈ ਵਾਰ ਉਸ ਚੀਜ਼ ਨੂੰ ਲੈ ਕੇ ਪਰਮੇਸ਼ਰ ਨਾਲ ਹੀ ਨਾਰਾਜ਼ ਹੋ ਜਾਂਦੇ ਹਾਂ। ਅਸੀਂ ਕਈ ਵਾਰ ਪ੍ਰਾਰਥਨਾ ਕਰਨੀ ਛੱਡ ਦਿੰਦੇ ਹਾਂ। ਕਈ ਵਾਰ ਅਸੀਂ ਉਲਾਂਭੇ ਦਿੰਦੇ ਹਾਂ ਕਿ ਪਰਮੇਸ਼ਰ ਤੈਨੂੰ ਦਿਖਦਾ ਨਹੀਂ ਹੈ, ਤੈਨੂੰ ਸੁਣਦਾ ਨਹੀਂ, ਇਹ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ। ਅੱਜ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਇਹ ਸਭ ਚੀਜ਼ਾਂ ਕਿਉਂ ਹੁੰਦੀਆਂ ਨੇ। ਤੇ ਮੇਰਾ ਇਹ ਫੇਥ ਹੈ, ਜਦੋਂ ਤੁਸੀਂ ਇਸ ਵਚਨ ਨੂੰ ਸੁਣੋਗੇ, ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ, ਕਿ ਇੱਕ ਵੱਡੇ ਚੇਂਜ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਦੇਖਣ ਵਾਲੇ ਹੋ। ਹਾਲੇਲੂਇਆ। ਆਓ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਦੇ ਹਾਂ ਇੱਕ ਚੈਪਟਰ ਨੂੰ, ਜਿਹਦਾ ਨਾਮ ਹੈ ਯਾਕੂਬ, ਉਹਦਾ ਪਹਿਲਾ ਅਧਿਆਏ ਤੇ ਉਹਦੀ ਅਸੀਂ 12 ਆਇਤ ਤੋਂ ਪੜ੍ਹਦੇ ਹਾਂ। ਇੱਥੇ ਲਿਖਿਆ, ਧੰਨ ਉਹ ਆਦਮੀ ਹੈ ਜੋ ਪ੍ਰਤਿਆਵੇ ਸਮੇਂ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਪ੍ਰੀਖਿਆ ਵਿੱਚ ਪੂਰਾ ਉਤਰਦਾ ਹੈ ਤਾਂ ਉਹ ਜੀਵਨ ਦਾ ਮੁਕਟ ਪ੍ਰਾਪਤ ਕਰਦਾ ਹੈ, ਜਿਸ ਦੀ ਪ੍ਰਤਿੱਗਿਆ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤੀ ਹੈ। ਜੋ ਆਦਮੀ ਪ੍ਰਤਿਆਵੇ ਹੇਠਾਂ ਹੁੰਦਾ ਹੈ, ਉਹ ਇਹ ਨਾ ਕਹੇ ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ, ਕਿਉਂਕਿ ਨਾ ਪਰਮੇਸ਼ਵਰ ਬੁਰਾਈ ਦੇ ਰਾਹੀਂ ਪਰਤਾਇਆ ਜਾ ਸਕਦਾ ਹੈ ਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। ਸਗੋਂ ਹਰ ਮਨੁੱਖ ਆਪਣੀ ਹੀ ਬੁਰੀ ਇੱਛਾਵਾਂ ਦੇ ਰਾਹੀਂ ਪਰਤਾਇਆ ਜਾਂਦਾ ਹੈ। ਅਸਲ ਵਿੱਚ ਇਹ ਹੀ ਹਨ ਜੋ ਉਸ ਨੂੰ ਭਟਕਾਉਂਦੀਆਂ ਅਤੇ ਮੋਹ ਜਾਲ ਵਿੱਚ ਫਸਾ ਦਿੰਦੀਆਂ ਹਨ। ਹਾਲੇਲੂਇਆ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਕਿਸੇ ਦੀ ਪ੍ਰੀਖਿਆ ਨਹੀਂ ਕਰਦਾ, ਨਾ ਹੀ ਤਾਂ ਪਰਮੇਸ਼ਵਰ ਕਿਸੇ ਨੂੰ ਪ੍ਰਤਿਆਵੇ 'ਚ ਪਾਉਂਦਾ, ਨਾ ਹੀ ਅਸੀਂ ਪਰਮੇਸ਼ਵਰ ਦੀ ਪ੍ਰੀਖਿਆ ਕਰ ਸਕਦੇ ਹਾਂ। ਹਾਲੇਲੂਇਆ। ਬਹੁਤ ਵਾਰ ਅਸੀਂ ਕਹਿੰਦੇ ਹਾਂ ਕਿ ਜੇ ਤੂੰ ਪਰਮੇਸ਼ਵਰ ਆ ਤੇ ਮੇਰੇ ਲਈ ਅਜਿਹਾ ਕਰ, ਜੇ ਤੂੰ ਪਰਮੇਸ਼ਵਰ ਆ ਤਾਂ ਮੇਰੀ ਲਾਈਫ 'ਚ ਇੱਦਾਂ ਕਿਉਂ। ਮੇਰੇ ਪਿਆਰਿਓ, ਪਰਮੇਸ਼ਵਰ ਤੁਹਾਨੂੰ ਕੁਝ ਵੀ ਸਾਬਤ ਕਰਨ ਵਾਸਤੇ ਇਸ ਚੀਜ਼ ਦਾ ਆਨਸਰ ਕਦੇ ਵੀ ਨਹੀਂ ਕਰਨਗੇ ਕਿ ਮੈਂ ਹੀ ਪਰਮੇਸ਼ਵਰ ਹਾਂ।
ਹਾਲੇਲੂਇਆ। ਤੇ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਪ੍ਰੀਖਿਆ ਹੋ ਰਹੀ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਕਿਸੇ ਦੀ ਪ੍ਰੀਖਿਆ ਨਹੀਂ ਕਰਦਾ, ਪਰ ਮਨੁੱਖ ਆਪਣੀਆਂ ਅਭਿਲਾਸ਼ਾਵਾਂ ਤੋਂ, ਆਪਣੀਆਂ ਇੱਛਾਵਾਂ ਤੋਂ ਉਹ ਫਸ ਕੇ ਪ੍ਰੀਖਿਆ ਦੇ ਵਿੱਚ ਜਾਂਦਾ। ਇਹਦਾ ਮਤਲਬ ਪਰਮੇਸ਼ਵਰ ਕਦੇ ਨਹੀਂ ਚਾਹੁੰਦੇ ਕਿ ਸਾਡੀ ਪ੍ਰੀਖਿਆ ਹੋਵੇ। ਪਰਮੇਸ਼ਵਰ ਕਦੇ ਨਹੀਂ ਚਾਹੁੰਦੇ ਕਿ ਅਸੀਂ ਸਟਰਗਲ 'ਚ ਜਾਈਏ, ਅਸੀਂ ਪ੍ਰਤਿਆਵੇ 'ਚ ਜਾਈਏ, ਪਰ ਸਾਡੀਆਂ ਖੁਦ ਦੀਆਂ ਇੱਛਾਵਾਂ ਕਰਕੇ ਅਸੀਂ ਪ੍ਰੀਖਿਆ ਦੇ ਵਿੱਚ ਆਪਣੇ ਆਪ ਨੂੰ ਪਾ ਲੈਂਦੇ ਹਾਂ। ਹਾਲੇਲੂਇਆ। ਅਸੀਂ ਦੇਖਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇੱਕ ਹੋਰ ਹਿੱਸੇ ਨੂੰ, ਜੋ ਸਾਨੂੰ ਮਿਲਦਾ ਉਤਪਤ ਦੀ ਕਿਤਾਬ ਦੇ ਵਿੱਚ, ਉਹਦੇ ਪਹਿਲੇ ਅਧਿਆਇ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਇਹ ਵਰਸ ਤੁਹਾਡੇ ਲਈ ਪੜ੍ਹਨਾ ਚਾਹੁੰਦਾ, ਜਿਹਦੇ ਵਿੱਚ ਇੱਕ ਬਹੁਤ ਭੇਦ ਦੀ ਗੱਲ ਲਿਖੀ ਹੋਈ ਹੈ। ਇੱਥੇ ਲਿਖਿਆ, ਧੰਨ ਉਹ ਆਦਮੀ ਹੈ ਜੋ ਪ੍ਰਤਿਆਵੇ ਸਮੇਂ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਪ੍ਰੀਖਿਆ ਵਿੱਚ ਪੂਰਾ ਉਤਰਦਾ ਹੈ ਤਾਂ ਉਹ ਜੀਵਨ ਦਾ ਮੁਕਟ ਪਾਉਂਦਾ ਹੈ। ਮੇਰੇ ਪਿਆਰਿਓ, ਪਰਮੇਸ਼ਵਰ ਸਾਨੂੰ ਪ੍ਰਤਾਵੇ 'ਚ ਨਹੀਂ ਪਾਉਂਦਾ, ਪਰ ਜਦੋਂ ਅਸੀਂ ਆਪਣੀਆਂ ਇੱਛਾਵਾਂ 'ਚ ਫਸ ਕੇ ਵੀ ਅਸੀਂ ਉਸ ਪ੍ਰਤਿਆਵੇ 'ਚ ਪਰਮੇਸ਼ਵਰ ਨੂੰ ਨਹੀਂ ਛੱਡਦੇ, ਪਰਮੇਸ਼ਵਰ ਨਾਲ ਬਣੇ ਰਹਿੰਦੇ ਹਾਂ, ਉਹ ਟਾਈਮ ਨਿਕਲ ਜਾਂਦਾ। ਜਦੋਂ ਫਿਰ ਵੀ ਅਸੀਂ ਪਰਮੇਸ਼ਵਰ ਦੇ ਨਾਲ ਪੂਰੇ ਉਤਰਦੇ ਹਾਂ, ਪਰਮੇਸ਼ਵਰ ਤੇ ਦੋਸ਼ ਨਹੀਂ ਲਗਾਉਂਦੇ, ਪਰ ਸਾਨੂੰ ਪਤਾ ਹੁੰਦਾ ਕਿ ਇਹ ਚੀਜ਼ਾਂ ਮੇਰੀ ਲਾਈਫ 'ਚ ਇਸ ਕਰਕੇ ਨੇ ਕਿਉਂਕਿ ਮੈਂ ਗਲਤੀਆਂ ਕੀਤੀਆਂ। ਉਸ ਗਲਤੀਆਂ ਦੇ ਟਾਈਮ 'ਚ ਵੀ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਬਣੇ ਰਹਿੰਦੇ ਹਾਂ, ਉਸ ਟਾਈਮ ਨੂੰ ਕੱਟ ਆਫ ਨਹੀਂ ਕਰਦੇ, ਪਰਮੇਸ਼ਵਰ ਦੇ ਨਾਲ ਬਿਤਾਉਣ ਵਾਲੇ ਵਕਤ ਨੂੰ, ਪਰਮੇਸ਼ਵਰ ਦੀ ਹਜ਼ੂਰੀ 'ਚ ਜਾਣ ਨੂੰ ਅਸੀਂ ਕੱਟ ਆਫ ਨਹੀਂ ਕਰਦੇ, ਫਿਰ ਅਸੀਂ ਉਸ ਪ੍ਰਤਿਆਵੇ ਦੇ ਵਕਤ ਦੇ ਵਿੱਚੋਂ ਜਦੋਂ ਨਿਕਲਦੇ ਹਾਂ, ਇੱਥੇ ਲਿਖਿਆ, ਤਾਂ ਉਹ ਜੀਵਨ ਦਾ ਮੁਕਟ ਪ੍ਰਾਪਤ ਕਰੇਗਾ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਪਹਿਲਾਂ ਤੋਂ ਇਹ ਚਾਹਿਆ ਕਿ ਅਸੀਂ ਜੀਵਨ ਦਾ ਮੁਕਟ ਲੈ ਲਈਏ। ਪਰਮੇਸ਼ਵਰ ਇਹ ਚਾਹੁੰਦੇ ਸੀ ਕਿ ਅਸੀਂ ਜੀਵਨ ਦਾ ਫਲ ਖਾ ਲਈਏ। ਪਰਮੇਸ਼ਵਰ ਕਦੇ ਵੀ ਇਹ ਨਹੀਂ ਚਾਹੁੰਦੇ ਸੀ ਕਿ ਅਸੀਂ ਜੀਵਨ ਦੇ ਫਲ ਤੋਂ ਵੰਚਿਤ ਰਹਿ ਜਾਈਏ, ਅਸੀਂ ਜੀਵਨ ਦੇ ਮੁਕਟ ਤੋਂ ਵੰਚਿਤ ਰਹਿ ਜਾਈਏ, ਕਿਉਂਕਿ ਬਾਈਬਲ ਦੱਸਦੀ ਆ, ਪੌਲੂਸ ਨੇ ਕਿਹਾ ਕਿ ਤੁਸੀਂ ਆਪਣੀ ਚੰਗੀ ਕੁਸ਼ਤੀ ਲੜੋ ਤਾਂ ਕਿ ਉਹ ਮੁਕਟ ਨੂੰ ਲੈ ਸਕੋ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਰਮੇਸ਼ਵਰ ਸਾਡੀ ਪ੍ਰੀਖਿਆ ਨਹੀਂ ਕਰਦੇ, ਉਹ ਸਾਡੇ ਅੱਗੇ ਚੁਆਇਸ ਰੱਖਦੇ ਨੇ। ਚੁਆਇਸ ਸਾਡੀ ਹੈ। ਜੇ ਅਸੀਂ ਚੰਗੀ ਚੀਜ਼ ਨੂੰ ਚੁਆਇਸ ਕਰਾਂਗੇ, ਅਸੀਂ ਪ੍ਰੀਖਿਆ 'ਚ ਨਹੀਂ ਜਾਵਾਂਗੇ। ਜੇ ਅਸੀਂ ਸਪਿਰਿਚੁਅਲ ਹੋਵਾਂਗੇ, ਅਸੀਂ ਫਾਇਦੇਮੰਦ ਚੀਜ਼ ਵੱਲ ਨਹੀਂ ਜਾਵਾਂਗੇ, ਅਸੀਂ ਪਿਓਰ, ਅਸੀਂ ਅਸਲੀ ਚੀਜ਼ ਵੱਲ ਜਾਵਾਂਗੇ, ਚਾਹੇ ਉਹਦੇ ਵਿੱਚ ਸਾਨੂੰ ਉਸ ਵਕਤ ਫਾਇਦਾ ਦਿਖੇ ਜਾਂ ਨਾ ਦਿਖੇ। ਅੱਜ ਪ੍ਰੋਬਲਮ ਇਹ ਹੈ ਕਿ ਅਸੀਂ ਉਹ ਚੀਜ਼ ਨੂੰ ਚੁਣਦੇ ਹਾਂ ਜਿਹਦੇ ਵਿੱਚ ਸਾਨੂੰ ਖੁਦ ਦਾ ਫਾਇਦਾ ਨਜ਼ਰ ਆਉਂਦਾ। ਸਾਨੂੰ ਲੱਗਦਾ ਕਿ ਇਹ ਕਰਾਂਗੇ ਤਾਂ ਸਾਨੂੰ ਫਾਇਦਾ, ਇਸ ਲਈ ਇਹ ਕਰ ਲਈਏ, ਇਹ ਕਰਾਂਗੇ ਸਾਨੂੰ ਨੁਕਸਾਨ ਹੈ, ਇਸ ਲਈ ਛੱਡ ਦਈਏ। ਇਸੇ ਚੀਜ਼ ਨੂੰ ਅਸੀਂ ਆਪਣੀ ਇੱਛਾ, ਆਪਣੀ ਚੁਆਇਸ ਕਹਿੰਦੇ ਆ। ਤੇ ਕਈ ਵਾਰ ਸ਼ੈਤਾਨ ਸਾਨੂੰ ਸਾਹਮਣੇ ਉਹ ਦਿਖਾਉਂਦਾ ਜਿਹਦੇ ਪਿੱਛੇ ਫਾਇਦਾ ਨਹੀਂ ਹੁੰਦਾ, ਪਰ ਸਾਨੂੰ ਨਜ਼ਰ ਆਉਂਦਾ ਕਿ ਉਹ ਫਾਇਦੇਮੰਦ ਹੈ। ਹਾਲੇਲੂਇਆ। ਪਰਮੇਸ਼ਵਰ ਦੀ ਇੱਛਾ ਸ਼ੁਰੂ ਤੋਂ ਹੈ ਮੇਰੇ ਪਿਆਰਿਓ ਕਿ ਤੁਸੀਂ ਤੇ ਮੈਂ, ਅਸੀਂ ਜੀਵਨ ਦਾ ਫਲ ਖਾਈਏ, ਅਸੀਂ ਜੀਵਨ ਦਾ ਮੁਕਟ ਲੈ ਲਈਏ। ਪਰ ਫਰਕ ਇੰਨਾ ਕਿ ਪਹਿਲਾਂ ਇਹ ਬਹੁਤ ਈਜ਼ੀ ਸੀ, ਪਹਿਲਾਂ ਇਹ ਬਹੁਤ ਆਸਾਨ ਸੀ, ਪਰ ਹੁਣ ਜਦੋਂ ਚੀਜ਼ਾਂ ਚੇਂਜ ਹੋ ਗਈਆਂ, ਜਦੋਂ ਆਦਮ ਨੇ ਉਸ ਫਲ ਨੂੰ ਚੁਣਿਆ ਜਿਹਦੇ ਲਈ ਪਰਮੇਸ਼ਰ ਨੇ ਮਨਾ ਕੀਤਾ ਸੀ, ਉਸ ਵਕਤ ਨੂੰ ਖੁੰਝਾ ਦਿੱਤਾ, ਉਹ ਪ੍ਰੀਖਿਆ ਦੇ ਵਿੱਚ ਪੂਰਾ ਨਹੀਂ ਉਤਰਿਆ। ਹੁਣ ਇਹ ਚੀਜ਼ਾਂ ਈਜ਼ੀ ਨਹੀਂ ਰਹੀਆਂ, ਹੁਣ ਇਹ ਟਫ ਹੋ ਗਈਆਂ। ਪਰ ਇਹ ਟਫ ਹੈ, ਇਹ ਇੰਪੋਸੀਬਲ ਨਹੀਂ ਹੈ। ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਸਕਦੇ ਹਾਂ। ਅੱਜ ਵੀ ਪਰਮੇਸ਼ਰ ਪ੍ਰੀਖਿਆ ਨਹੀਂ ਕਰਦਾ, ਅਸੀਂ ਆਪਣੀ ਇੱਛਾ ਨਾਲ, ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਚੁਆਇਸ ਨਾਲ ਪ੍ਰੀਖਿਆ ਦੇ ਵਿੱਚ ਜਾਂਦੇ ਹਾਂ। ਫਿਰ ਅਸੀਂ ਪਰਮੇਸ਼ਰ ਨੂੰ ਜੇ ਦੋਸ਼ ਦਈਏ ਕਿ ਤੂੰ ਮੇਰੀ ਪ੍ਰੀਖਿਆ ਕੀਤੀ, ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ਰ ਨੇ ਚੁਆਇਸ ਦਿੱਤੀ। ਚੁਆਇਸ ਤੋਂ ਬਾਅਦ ਅਸੀਂ ਕੀ ਕੀਤਾ, ਇਹ ਡਿਸਾਈਡ ਕਰੇਗਾ ਕਿ ਕੀ ਅਸੀਂ ਕਰਾਂਗੇ, ਕਿੱਥੇ ਅਸੀਂ ਰਵਾਂਗੇ, ਕੀ ਅਸੀਂ ਲਵਾਂਗੇ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਵੱਡੇ ਭੇਦਾਂ ਨੂੰ ਦੇਖਣ ਵਾਲੇ ਹਾਂ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ 'ਚ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਸਾਨੂੰ ਪ੍ਰੀਖਿਆ 'ਚ ਨਹੀਂ ਪਾਉਂਦੇ, ਪਰਮੇਸ਼ਵਰ ਸਾਨੂੰ ਚੁਆਇਸ ਦਿੰਦੇ ਨੇ। ਅਸੀਂ ਆਪਣੀ ਇੱਛਾ ਦੇ ਨਾਲ ਫਸ ਕੇ ਜਦੋਂ ਪ੍ਰੀਖਿਆ 'ਚ ਪੈ ਜਾਂਦੇ ਹਾਂ, ਫਿਰ ਜਦੋਂ ਅਸੀਂ ਫੇਲ ਹੁੰਦੇ ਹਾਂ, ਫਿਰ ਅਸੀਂ ਇਸ ਚੀਜ਼ ਦਾ ਦੋਸ਼ ਪਰਮੇਸ਼ਵਰ 'ਤੇ ਲਗਾਉਂਦੇ ਹਾਂ। ਮੈਂ ਪੜ੍ਹਾਂਗਾ ਤੁਹਾਡੇ ਲਈ ਉਤਪਤੀ ਦੀ ਕਿਤਾਬ ਦੇ ਵਿੱਚ ਉਹਦਾ 2 ਅਧਿਆਏ, ਉਹਦੀ 9 ਆਇਤ ਨੂੰ ਤੇ 17 ਆਇਤ ਨੂੰ ਮੈਂ ਤੁਹਾਡੇ ਲਈ ਪੜ੍ਹਾਂਗਾ। ਇੱਥੇ ਲਿਖਿਆ, ਉਸ ਨੇ ਹਰ ਤਰ੍ਹਾਂ ਦੇ ਦੇਖਣ ਵਿੱਚ ਸੁੰਦਰ ਰੁੱਖ ਜ਼ਮੀਨ ਉੱਤੇ ਉਗਾਏ, ਯਾਨੀ ਪਰਮੇਸ਼ਵਰ ਨੇ ਹਰ ਤਰ੍ਹਾਂ ਦੇ ਦੇਖਣ ਵਿੱਚ ਸੁੰਦਰ ਰੁੱਖ ਜ਼ਮੀਨ ਤੇ ਉਗਾਏ। ਬਾਗ ਦੇ ਵਿਚਕਾਰ ਪਰਮੇਸ਼ਵਰ ਨੇ 2 ਰੁੱਖ ਲਾਏ, ਇੱਕ ਜੀਵਨ ਦਾ ਤੇ ਦੂਜਾ ਭਲੇ ਤੇ ਬੁਰੇ ਦੀ ਪਛਾਣ ਦਾ ਰੁੱਖ। 15 ਆਇਤ ਤੋਂ ਤੁਹਾਡੇ ਲਈ ਪੜਾਂਗਾ। ਇੱਥੇ ਲਿਖਿਆ, ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖ ਦਿੱਤਾ ਕਿ ਉਹ ਉਸ ਦੀ ਬਾਗਬਾਨੀ ਤੇ ਰਾਖੀ ਕਰੇ। ਪਰਮੇਸ਼ਵਰ ਨੇ ਉਸ ਨੂੰ ਇਹ ਆਗਿਆ ਦਿੱਤੀ, ਤੂੰ ਬਾਗ ਦੇ ਹਰ ਰੁੱਖ ਦਾ ਫਲ ਖਾ ਸਕਦਾ, ਪਰ ਭਲੇ ਅਤੇ ਬੁਰੇ ਦੀ ਪਛਾਣ ਵਾਲੀ ਰੁੱਖ ਦਾ ਫਲ ਤੂੰ ਨਾ ਖਾਈਂ, ਕਿਉਂਕਿ ਜਿਸ ਦਿਨ ਤੂੰ ਉਸ ਰੁੱਖ ਦਾ ਫਲ ਖਾਵੇਂਗਾ ਉਸ ਦਿਨ ਤੂੰ ਜ਼ਰੂਰ ਮਰ ਜਾਵੇਂਗਾ। ਹਾਲੇਲੂਇਆ। ਮੇਰੇ ਪਿਆਰਿਓ, ਇਸ ਸਾਰੇ ਵਾਕਿਆ ਨੂੰ ਅਸੀਂ ਜਾਣਦੇ ਹਾਂ। ਅਸੀਂ ਇਸ ਬਾਈਬਲ ਦੇ ਵਾਕਿਆ ਨੂੰ ਬਚਪਨ ਤੋਂ ਪੜ੍ਹਦੇ ਆਏ ਹਾਂ। ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਆਦਮ ਨੇ, ਹਵਾ ਨੇ ਅਣਆਗਿਆਕਾਰੀਤਾ ਕੀਤੀ। ਉਹਨਾਂ ਨੇ ਸੱਪ ਦੇ ਬਹਿਕਾਵੇ 'ਚ ਆ ਕੇ ਉਸ ਗਿਆਨ ਦੇ ਫਲ ਨੂੰ ਖਾ ਲਿਆ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਨੇ, ਮੈਂ ਤੁਹਾਨੂੰ ਪੜ੍ਹਾਇਆ ਕਿ 2 ਪੇੜ ਉਸ ਜਗ੍ਹਾ ਤੇ ਲਗਾਏ ਸੀ, ਭਲੇ ਤੇ ਬੁਰੇ ਦਾ ਤੇ ਜੀਵਨ ਦਾ। ਪਰਮੇਸ਼ਵਰ ਨੇ 2 ਫਰੂਟ ਉਹਦੇ ਅੱਗੇ ਰੱਖੇ ਤੇ ਪਰਮੇਸ਼ਵਰ ਨੇ ਕੀ ਕਿਹਾ ਕਿ ਗਿਆਨ ਦਾ ਫਲ ਤੂੰ ਨਾ ਖਾਈਂ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹ ਸੀ ਕਿ ਪਰਮੇਸ਼ਵਰ ਨੇ 2 ਇੰਪੋਰਟੈਂਟ, ਬੜੇ ਹੀ ਜ਼ਿਆਦਾ ਉਹਦੇ ਲਈ ਜੋ ਜ਼ਰੂਰੀ ਸੀ ਉਹ ਰੁੱਖ ਸਪੈਸੀਫਿਕਲੀ ਲਗਾਏ। ਹੋਰ ਰੁੱਖਾਂ ਦਾ ਪ੍ਰੋਪਰ ਨਾਮ ਨਹੀਂ ਲਿਆ ਗਿਆ। ਗਿਆਨ ਤੇ ਭਲੇ ਤੇ ਬੁਰੇ ਤੇ ਜੀਵਨ ਦੇ ਰੁੱਖ ਬਾਰੇ ਦੱਸਿਆ ਗਿਆ। ਬਹੁਤ ਜੋ ਉਹਦੇ ਵਾਸਤੇ ਜੋ ਸਭ ਤੋਂ ਬੈਸਟ ਸੀ ਉਹ 2 ਉੱਥੇ ਲਗਾ ਕੇ ਰੱਖੇ ਤੇ ਪਰਮੇਸ਼ਰ ਨੇ ਕੀ ਕਿਹਾ, ਗਿਆਨ ਦਾ, ਭਲੇ ਤੇ ਬੁਰੇ ਦੇ ਫਲ ਨੂੰ ਤੂੰ ਨਾ ਖਾਈਂ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹ ਸੀ, ਪਰਮੇਸ਼ਰ ਇਹ ਚਾਹੁੰਦੇ ਸੀ ਕਿ ਤੂੰ ਜੀਵਨ ਦਾ ਜਿਹੜਾ ਰੁੱਖ ਆ ਉਹਦੇ ਫਲ ਨੂੰ ਖਾਈਂ। ਹਾਲੇਲੂਇਆ। ਪਰਮੇਸ਼ਰ ਨੇ ਇਹ ਚਾਹਿਆ ਪਰ ਉਹਨੂੰ ਬੋਲ ਕੇ ਨਹੀਂ ਕਿਹਾ, ਕਿਉਂਕਿ ਪਰਮੇਸ਼ਰ ਉਹਨੂੰ ਚੁਆਇਸ ਦਿੰਦੇ ਸੀ। ਪਰ ਉਹਨੇ ਕਿਸ ਚੀਜ਼ ਨੂੰ ਚੂਜ਼ ਕੀਤਾ? ਉਹਨੇ ਆਪਣੇ ਗਿਆਨ ਨੂੰ, ਭਲੇ ਤੇ ਬੁਰੇ ਦੇ ਫਲ ਨੂੰ ਖਾਣ ਨੂੰ, ਉਹਨੇ ਚੁਆਇਸ ਨੂੰ ਚੁਣ ਲਿਆ। ਫਿਰ ਪਰਮੇਸ਼ਰ ਨੇ ਆ ਕੇ ਉਹਨੂੰ ਜਦੋਂ ਦੇਖਿਆ, ਪਰਮੇਸ਼ਰ ਦੀ ਆਵਾਜ਼ ਸੁਣ ਕੇ ਆਦਮ ਡਰ ਗਿਆ। ਪਰਮੇਸ਼ਰ ਨੇ ਬੁਲਾਇਆ, ਆਦਮ ਤੂੰ ਕਿੱਥੇ ਆ? ਉਹ ਕਹਿੰਦਾ, ਮੈਂ ਤੇਰੇ ਮੂਹਰੇ ਆਉਣ ਤੋਂ ਡਰ ਗਿਆ ਸੀ। ਮੈਂ ਮੂਹਰੇ ਤਾਂ ਕਰਕੇ ਨਹੀਂ ਆਇਆ ਕਿਉਂਕਿ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਂ ਨੰਗਾ ਵਾਂ, ਮੈਂ ਕੱਪੜੇ ਨਹੀਂ ਪਾਈ। ਪਰਮੇਸ਼ਰ ਨੇ ਕਿਹਾ, ਤੈਨੂੰ ਕਿਹਨੇ ਕਹਿ ਦਿੱਤਾ ਤੂੰ ਨੰਗਾ? ਪਰਮੇਸ਼ਰ ਗੁੱਸਾ ਹੋਇਆ ਉਹਦੇ ਤੇ, ਕਿਉਂਕਿ ਪਰਮੇਸ਼ਰ ਨੇ ਆਦਮ ਨੂੰ ਬਣਾਉਣ ਤੋਂ ਪਹਿਲਾਂ ਰਿਪੈਂਟੈਂਸ, ਯਾਨੀ ਕਿ ਆਪਣੇ ਮਨ ਨੂੰ ਫਿਰਾਵਦਾ, ਪਾਪਾਂ ਤੋਂ ਤੌਬਾ ਕਰਨਾ ਬਣਾ ਦਿੱਤਾ ਸੀ। ਪਰਮੇਸ਼ਰ ਨੇ ਉਹਨੂੰ ਦੱਸਿਆ ਸੀ ਕਿ ਤੂੰ ਤੌਬਾ ਕਰ ਸਕਦਾ ਜੇ ਗਲਤੀ ਹੋ ਜਾਏ। ਉਹਨੇ ਗਲਤੀ ਹੋਣ ਤੇ ਤੌਬਾ ਨਹੀਂ ਕੀਤੀ, ਪਰ ਜਦੋਂ ਭਲੇ ਤੇ ਬੁਰੇ ਦੇ ਗਿਆਨ ਦੀ ਨੌਲੇਜ ਉਹਨੂੰ ਆ ਗਈ, ਉਹਨੂੰ ਇਹ ਪਤਾ ਲੱਗ ਗਿਆ ਮੈਂ ਨੰਗਾ, ਮੈਂ ਇਹਦੇ ਅੱਗੇ ਨਹੀਂ ਆਣਾ। ਹਾਲੇਲੂਇਆ। ਹੁਣ ਇਹਦੇ ਵਿੱਚ ਪਰਮੇਸ਼ਰ ਨੇ ਪ੍ਰੀਖਿਆ ਨਹੀਂ ਕੀਤੀ, ਉਹਨੇ ਆਪਣੀ ਇੱਛਾ ਨੂੰ ਉਹਨੇ ਅੱਗੇ ਰੱਖਿਆ ਤੇ ਉਹ ਪ੍ਰੀਖਿਆ 'ਚ ਫਸ ਗਿਆ। ਹੁਣ ਉਹ ਪਰਮੇਸ਼ਰ ਨੂੰ ਗਾਲਾਂ ਨਹੀਂ ਕੱਢ ਸਕਦਾ, ਪਰਮੇਸ਼ਰ ਨੂੰ ਦੋਸ਼ ਨਹੀਂ ਲਗਾ ਸਕਦਾ ਕਿ ਹਾਏ ਕਿਉਂ ਤੂੰ ਮੈਨੂੰ ਇਹ ਫਲ ਨੂੰ ਮੈਨੂੰ ਰੋਕ ਹੀ ਕਿਉਂ ਨਹੀਂ ਦਿੱਤਾ, ਮੈਨੂੰ ਤੂੰ ਇਹਦੇ ਅੱਗੇ ਪਹਿਲਾਂ ਹੀ ਤਲਵਾਰਾਂ ਦੀ ਬਾੜ ਕਿਉਂ ਨਹੀਂ ਲਗਾ ਦਿੱਤੀ। ਹੁਣ ਇਹ ਗੱਲ ਨਹੀਂ ਕਹਿ ਸਕਦਾ, ਉਹਦੀ ਖੁਦ ਦੀ ਇੱਛਾ ਸੀ। ਪਰਮੇਸ਼ਰ ਨੇ ਉਹਨੂੰ ਇਹ ਨਹੀਂ ਕਿਹਾ ਸੀ ਕਿ ਤੂੰ ਭਲੇ ਤੇ ਬੁਰੇ ਦੇ ਫਲ ਦੇ ਨਾਲ ਨਾਲ ਤੂੰ ਜੀਵਨ ਦੇ ਫਲ ਨੂੰ ਵੀ ਨਾ ਖਾਈਂ। ਉਹਦੀ ਖੁਦ ਦੀ ਚੁਆਇਸ ਸੀ। ਹਾਲੇਲੂਇਆ। ਜਦੋਂ ਅਸੀਂ ਖੁਦ ਦੀ ਚੁਆਇਸ ਨਾਲ ਗਲਤੀ ਕਰਦੇ ਹਾਂ, ਫਿਰ ਅਸੀਂ ਪਰਮੇਸ਼ਰ ਨੂੰ ਦੋਸ਼ ਨਹੀਂ ਲਗਾ ਸਕਦੇ। ਅੱਜ ਬਹੁਤ ਸਾਰੇ ਲੋਕੀ ਅੱਜ ਪ੍ਰਾਰਥਨਾ ਵਾਸਤੇ ਫੋਨ ਕਰਦੇ ਨੇ ਜਾਂ ਮਿਲ ਕੇ ਪ੍ਰਾਰਥਨਾ ਕਰਨ ਲਈ ਕਹਿੰਦੇ ਨੇ ਕਿ ਸਾਡੇ ਲਈ ਪ੍ਰਾਰਥਨਾ ਕਰੋ ਕਿ ਅਸੀਂ ਪ੍ਰਾਰਥਨਾ ਕਰ ਸਕੀਏ, ਸਾਡੇ ਲਈ ਪ੍ਰਾਰਥਨਾ ਕਰੋ ਅਸੀਂ ਪਰਮੇਸ਼ਰ ਦੇ ਭਵਨ 'ਚ ਆ ਸਕੀਏ, ਸਾਡੇ ਲਈ ਪ੍ਰਾਰਥਨਾ ਕਰੋ ਕਿ ਅਸੀਂ ਇਕੱਠੇ ਬੈਠ ਸਕੀਏ, ਪਰਮੇਸ਼ਰ ਦੀ ਨੇੜਤਾ 'ਚ ਆ ਸਕੀਏ। ਮੇਰੇ ਪਿਆਰਿਓ, ਪ੍ਰਾਰਥਨਾ ਕਰਨਾ ਗਲਤ ਨਹੀਂ ਹੈ, ਪਰ ਤੁਹਾਨੂੰ ਇਹ ਗੱਲ ਨੂੰ ਸਮਝਣਾ ਪਏਗਾ ਕਿ ਇਹ ਪ੍ਰਾਰਥਨਾ ਕੰਮ ਨਹੀਂ ਕਰੇਗੀ। ਇਹ ਤੁਹਾਡੀ ਚੁਆਇਸ ਹੈ। ਪਰਮੇਸ਼ਰ ਨੇ ਤੁਹਾਨੂੰ ਚੁਆਇਸ ਦਿੱਤੀ ਕਿ ਤੁਸੀਂ ਸੰਡੇ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਹੋਵੋ ਜਾਂ ਤੁਸੀਂ ਕੰਮ ਕਰ ਲਓ ਜਾਂ ਆਪਣੇ ਘਰੇ ਆਰਾਮ ਕਰ ਲਓ। ਇਹ ਤੁਹਾਨੂੰ ਚੁਆਇਸ ਦਿੱਤੀ ਗਈ ਹੈ। ਇਹਦੇ ਵਿੱਚ ਪਰਮੇਸ਼ਰ ਕੁਝ ਨਹੀਂ ਕਰਨਗੇ। ਜਦੋਂ ਪ੍ਰਾਰਥਨਾ ਦਾ ਟਾਈਮ ਹੈ, ਤੁਹਾਨੂੰ ਪਰਮੇਸ਼ਰ ਨੇ ਚੁਆਇਸ ਦਿੱਤੀ ਕਿ ਤੁਸੀਂ ਪ੍ਰਾਰਥਨਾ ਕਰ ਲਓ ਜਾਂ ਤੁਸੀਂ ਸੈਰ ਸਪਾਟਾ ਕਰ ਲਓ, ਤੁਸੀਂ ਸੋ ਲਓ, ਤੁਸੀਂ ਖਾ ਲਓ ਜਾਂ ਤੁਸੀਂ ਪ੍ਰਾਰਥਨਾ ਕਰ ਲਓ। ਇਹ ਤੁਹਾਨੂੰ ਚੁਆਇਸ ਦਿੱਤੀ ਗਈ ਹੈ। ਜੇ ਪਰਮੇਸ਼ਵਰ ਨੇ ਤੁਹਾਨੂੰ ਕੰਨ ਤੋਂ ਫੜ ਕੇ ਹੀ ਆਪਣੇ ਸਾਰੇ ਕੰਮ ਕਰਵਾਉਣੇ ਹੋਣ ਤਾਂ ਉਹਨੇ ਕਿਸ ਚੀਜ਼ ਦਾ ਨਿਆਂ ਕਰਨਾ? ਉਹ ਕਿਸ ਚੀਜ਼ ਦਾ ਨਿਆਂ ਕਰੇਗਾ? ਉਹਨੇ ਕਿਸੇ ਚੀਜ਼ ਦਾ ਫਿਰ ਨਿਆਂ ਨਹੀਂ ਕਰਨਾ। ਬਹੁਤ ਵਾਰ ਅਸੀਂ ਸੋਚਦੇ ਹਾਂ ਜੋ ਪਰਮੇਸ਼ਵਰ ਨੇ ਕਰਨਾ ਉਹੀ ਹੋਣਾ ਤੇ ਉਹ ਚੰਗਾ ਹੀ ਹੋਣਾ। ਮੇਰੇ ਪਿਆਰਿਓ, ਇਸ ਤਰ੍ਹਾਂ ਨਹੀਂ ਹੈ। ਜੇ ਪਰਮੇਸ਼ਵਰ ਨੇ ਹੀ ਸਭ ਕੁਝ ਕਰਨਾ ਤੇ ਪਰਮੇਸ਼ਵਰ ਨੇ ਨਿਆਂ ਕਿਸ ਗੱਲ ਦਾ ਕਰਨਾ? ਜੇ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ ਗਿਆ, ਨਿਰਧਾਰਿਤ ਆ, ਉਦਾਂ ਹੀ ਹੋਣਾ ਤੇ ਪਰਮੇਸ਼ਰ ਨੇ ਕਿਸ ਗੱਲ ਵਾਸਤੇ ਤੁਹਾਡੇ ਤੇ ਮੇਰੇ ਤੋਂ ਨਿਆਂ ਵਾਲੇ ਦਿਨ ਪੁੱਛਣਾ?
ਹਾਲੇਲੂਇਆ। ਮੇਰੇ ਪਿਆਰਿਓ, ਪਰਮੇਸ਼ਰ ਨੇ ਚੁਆਇਸ ਦਿੱਤੀ ਸੀ ਆਦਮ ਨੂੰ, ਪਰਮੇਸ਼ਰ ਨੇ ਚੁਆਇਸ ਦਿੱਤੀ ਹੈ ਤੁਹਾਨੂੰ ਤੇ ਮੈਨੂੰ। ਪਰਮੇਸ਼ਰ ਨੇ ਇਹ ਨਹੀਂ ਕਹਿਣਾ ਕਿ ਮੈਂ ਤੈਨੂੰ ਕੰਨ ਤੋਂ ਫੜ ਕੇ ਕਰਾਵਾਂਗਾ। ਪਰਮੇਸ਼ਰ ਨੇ ਕਿਹਾ ਤੂੰ ਅੱਗ ਦੇ ਵਿੱਚੋਂ ਹੋ ਕੇ ਚੱਲੇਗਾ, ਮੈਂ ਤੇਰੇ ਨਾਲ ਹਾਂ। ਪਾਣੀ 'ਚੋਂ ਹੋ ਕੇ ਚੱਲੇਗਾ, ਮੈਂ ਤੇਰੇ ਨਾਲ ਹਾਂ। ਨਾ ਅੱਗ ਤੈਨੂੰ ਜਲਾ ਸਕੇਗੀ, ਨਾ ਪਾਣੀ ਤੈਨੂੰ ਡਬੋ ਸਕੇਗਾ। ਮੈਂ ਤੇਰੇ ਨਾਲ ਤਾਂ ਹਾਂ, ਪਰ ਅੱਗ 'ਚੋਂ ਜਾਣਾ ਵੀ ਤੈਨੂੰ ਹੀ ਪਏਗਾ, ਪਾਣੀ 'ਚੋਂ ਲੰਘਣਾ ਵੀ ਤੈਨੂੰ ਹੀ ਪਏਗਾ। ਹਾਲੇਲੂਇਆ। ਮੇਰੇ ਪਿਆਰਿਓ, ਅਸੀਂ ਦੇਖਿਆ ਕਿ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ, ਧੰਨ ਉਹ ਆਦਮੀ ਹੈ ਜੋ ਪਰਤਾਵੇ ਸਮੇਂ ਸਥਿਰ ਰਹਿੰਦਾ ਹੈ। ਜੇ ਤੁਸੀਂ ਗਲਤ ਚੁਆਇਸ ਕਰ ਲਈ, ਫਿਰ ਵੀ ਜੇ ਤੁਸੀਂ ਪਛਤਾ ਕੇ ਪਰਮੇਸ਼ਰ ਵੱਲ ਫਿਰ ਕੇ ਮੁੜ ਕੇ ਆ ਗਏ, ਰਿਪੈਂਟ ਕੀਤਾ, ਪਰਮੇਸ਼ਰ ਦੇ ਅੱਗੇ ਤੌਬਾ ਕੀਤੀ, ਲਿਖਿਆ ਕਿਉਂਕਿ ਜਦੋਂ ਉਹ ਪਰਖਿਆ ਵਿੱਚੋਂ ਪੂਰਾ ਉਤਰਦਾ ਹੈ ਤਾਂ ਉਹ ਜੀਵਨ ਦਾ ਮੁਕਟ ਪ੍ਰਾਪਤ ਕਰਦਾ ਹੈ। ਹਾਲੇਲੂਇਆ। ਮੇਰੇ ਪਿਆਰਿਓ, ਇਹ ਜੀਵਨ ਦਾ ਮੁਕਟ ਕੀ ਹੈ? ਸੰਤ ਪੌਲੁਸ ਕਹਿੰਦਾ, ਜਿੰਨੀਆਂ ਆਤਮਾਵਾਂ ਮੈਂ ਇੱਥੇ ਬਚਾ ਰਿਹਾ, ਕੀ ਇਹੀ ਮੈਨੂੰ ਸਵਰਗ ਦੇ ਵਿੱਚ ਬੀਂਗੇ ਮੁਕਟ ਨਹੀਂ ਮਿਲਣਗੀਆਂ? ਕੀ ਇਹੀ ਮੈਨੂੰ ਮੁਕਟ ਦੇ ਤੌਰ ਤੇ ਸਵਰਗ 'ਚ ਨਹੀਂ ਮਿਲਣਗੀਆਂ? ਇਹਦਾ ਮਤਲਬ ਕੀ? ਇਹਦਾ ਮਤਲਬ ਜੋ ਕੁਝ ਤੁਸੀਂ ਇਸ ਧਰਤੀ ਤੇ ਰਹਿੰਦੇ ਹੋਏ ਪਰਮੇਸ਼ਵਰ ਦੇ ਨਾਮ ਦੇ ਵਿੱਚ ਕਰਦੇ ਹੋ, ਲੋਕਾਂ ਤੱਕ ਸੁਸਮਾਚਾਰ ਨੂੰ ਲੈ ਕੇ ਜਾਂਦੇ ਹੋ, ਆਤਮਾ ਬਚਾਉਂਦੇ ਹੋ, ਜਿੰਨੇ ਲੋਕਾਂ ਨੂੰ ਤੁਸੀਂ ਯੀਸ਼ੂ ਮਸੀਹ ਬਾਰੇ ਦੱਸਦੇ ਹੋ, ਜਦੋਂ ਉਹ ਤੌਬਾ ਕਰਨਗੇ, ਪਾਪਾਂ ਤੋਂ ਬਚਾਏ ਜਾਣਗੇ, ਯੀਸ਼ੂ ਮਸੀਹ ਤੇ ਫੇਥ ਕਰਨਗੇ, ਉਹੀ ਆਤਮਾਵਾਂ ਐਜ਼ ਏ ਮੁਕਟ ਸਵਰਗ 'ਚ ਸਾਡੇ ਲਈ ਰੱਖੀਆਂ ਗਈਆਂ। ਇਹਦਾ ਮਤਲਬ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਜੀਵਨ ਦਾ ਫਲ ਵੀ ਖਾਓ ਤੇ ਤੁਸੀਂ ਉਸ ਮੁਕਟ ਨੂੰ ਵੀ ਲਓ। ਪਰ ਕਿਉਂਕਿ ਸਾਡੀ ਇਹ ਇੱਛਾ ਨਹੀਂ ਕਿ ਅਸੀਂ ਇਹ ਸੁਸਮਾਚਾਰ ਕਿਸੇ ਤੱਕ ਲੈ ਕੇ ਜਾਈਏ, ਅਸੀਂ ਕਿਸੇ ਤੱਕ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਬਾਰੇ ਦੱਸੀਏ, ਇਸ ਕਰਕੇ ਅਸੀਂ ਉਸ ਮੁਕਟ ਤੋਂ ਵਾਂਝੇ ਹਾਂ। ਹੁਣ ਅਸੀਂ ਪਰਮੇਸ਼ਰ ਨੂੰ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਰ ਤੂੰ ਮੇਰੀ ਪ੍ਰੀਖਿਆ ਕਿਉਂ ਕੀਤੀ, ਤੂੰ ਮੈਨੂੰ ਸਿੱਧਾ ਸਿੱਧਾ ਕਿਉਂ ਨਹੀਂ ਦੱਸ ਦਿੱਤਾ। ਹਾਲੇਲੂਇਆ। ਮੇਰੇ ਪਿਆਰਿਓ, ਪਰਮੇਸ਼ਰ ਚਾਹੁੰਦੇ ਨੇ ਕਿ ਤੁਸੀਂ ਜੀਵਨ ਦਾ ਮੁਕਟ ਲਓ, ਤੁਸੀਂ ਜੀਵਨ ਦਾ ਫਲ ਖਾਓ, ਪਰ ਉਹ ਚੁਆਇਸ ਦਿੰਦੇ ਨੇ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ 'ਚ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਪਰਮੇਸ਼ਰ ਕਿਸੇ ਦੀ ਪ੍ਰੀਖਿਆ ਨਹੀਂ ਕਰਦਾ। ਇਨਸਾਨ ਆਪਣੀ ਇੱਛਾ ਨਾਲ, ਆਪਣੀ ਚੁਆਇਸ ਨਾਲ ਪ੍ਰੀਖਿਆ 'ਚ ਜਾਂਦਾ। ਹੁਣ ਅਸੀਂ ਇਹ ਜਾਣ ਲਿਆ ਕਿ ਕਿੱਦਾਂ ਅਸੀਂ ਪ੍ਰੀਖਿਆ 'ਚ ਫਸ ਜਾਂਦੇ ਹਾਂ, ਕਿੱਦਾਂ ਅਸੀਂ ਪਰਮੇਸ਼ਰ ਨੂੰ ਦੇਣ ਵਾਲਾ ਟਾਈਮ, ਪਰਮੇਸ਼ਰ ਨਾਲ ਬੈਠਣ ਵਾਲਾ ਟਾਈਮ ਅਸੀਂ ਵੇਸਟ ਕਰ ਦਿੰਦੇ ਹਾਂ। ਪਰ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਚੀਜ਼ ਤੋਂ ਕਿਸ ਤਰ੍ਹਾਂ ਨਿਕਲਣਾ, ਕਿੱਦਾਂ ਅਸੀਂ ਰਿਕਵਰ ਹੋ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਰੀਸਟੋਰ ਹੋ ਸਕਦੇ ਹਾਂ। ਹਾਲੇਲੂਇਆ। ਅਸੀਂ ਪੜਾਂਗੇ ਯਾਕੂਬ ਦੀ ਪੱਤਰੀ ਤੇ ਉਹਦਾ 2 ਅਧਿਆਏ, ਉਹਦੀ 22 ਆਇਤ ਨੂੰ, ਤੇ ਉਸ ਤੋਂ ਬਾਅਦ ਅਸੀਂ 26 ਤੇ 27 ਆਇਤ ਨੂੰ ਪੜਾਂਗੇ। ਇੱਥੇ ਲਿਖਿਆ, ਤੁਸੀਂ ਵਚਨ ਦੇ ਪਾਲਣਾ ਕਰਨ ਵਾਲੇ ਬਣੋ, ਨਾ ਕੇਵਲ ਸੁਣਨ ਵਾਲੇ ਅਤੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ। ਜੋ ਮਨੁੱਖ ਵਚਨ ਨੂੰ ਕੇਵਲ ਸੁਣਦਾ ਹੀ ਪਰ ਇਸ ਦੀ ਪਾਲਣਾ ਨਹੀਂ ਕਰਦਾ,
ਉਹ ਉਸ ਆਦਮੀ ਦੀ ਤਰ੍ਹਾਂ ਹੈ ਜੋ ਸ਼ੀਸ਼ੇ ਵਿੱਚ ਕੇਵਲ ਆਪਣੇ ਆਪ ਨੂੰ ਵੇਖਦਾ ਹੈ। ਅਸੀਂ ਦੇਖਾਂਗੇ 26 ਆਇਤ ਨੂੰ, ਬੇਸ਼ੱਕ ਕੋਈ ਆਦਮੀ ਆਪਣੇ ਆਪ ਨੂੰ ਧਰਮੀ ਸਮਝੇ, ਪਰ ਜੇਕਰ ਉਹ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸਕਦਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਉਸ ਦਾ ਧਰਮੀ ਹੋਣਾ ਵੀ ਵਿਅਰਥ ਹੈ। ਪਿਤਾ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸੁੱਚਾ ਅਤੇ ਸੱਚਾ ਧਰਮ ਇਹ ਹੈ, ਅਨਾਥਾਂ ਅਤੇ ਵਿਧਵਾਵਾਂ ਦੀ ਉਹਨਾਂ ਦੇ ਦੁੱਖ ਵਿੱਚ ਮਦਦ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੀ ਬੁਰਾਈ ਤੋਂ ਨਿਸ਼ਕਲੰਕ ਰੱਖਣਾ। ਹਾਲੇਲੂਇਆ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਤੁਸੀਂ ਵਚਨ ਨੂੰ ਸਿਰਫ ਸੁਣਨ ਵਾਲੇ ਨਾ ਬਣੋ। ਅੱਜ ਵੀ ਬਹੁਤ ਸਾਰੇ ਲੋਕ ਇਸ ਵਚਨ ਨੂੰ ਸੁਣਨਗੇ, ਇਸ ਟਾਈਮ ਉਹ ਆਪਣੇ ਮਨ 'ਚ ਸੋਚਦੇ ਹੋਣਗੇ ਕਿ ਹਾਂ ਅਸੀਂ ਗਲਤ ਕੀਤਾ, ਰਿਪੈਂਟ ਕਰ ਲਈਏ। ਰਿਪੈਂਟ ਕਰਕੇ ਫਿਰ ਤੋਂ ਉਸ ਰੂਟੀਨ ਨੂੰ ਸ਼ੁਰੂ ਕਰ ਦੇਣਗੇ ਜੋ ਉਹ ਰੋਜ਼ ਕਰਦੇ ਨੇ। ਇਸ ਤਰ੍ਹਾਂ ਕਰਕੇ ਤੁਸੀਂ ਕਦੇ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦੇ। ਬਾਈਬਲ ਕਹਿੰਦੀ ਪਰਮੇਸ਼ਰ ਦੇ ਵਚਨ ਨੂੰ ਸੁਣਨ ਵਾਲੇ ਨਹੀਂ, ਉਹਦੇ ਤੇ ਅਮਲ ਕਰਨ ਵਾਲੇ, ਚੱਲਣ ਵਾਲੇ ਬਣੋ। ਸ਼ੈਤਾਨ ਕਦੇ ਨਹੀਂ ਚਾਹੇਗਾ ਤੁਸੀਂ ਵਚਨ ਨੂੰ ਪੜ੍ਹ ਕੇ ਉਹਦੇ ਉੱਤੇ ਚੱਲੋ, ਪਰ ਇਹ ਤੁਹਾਡੀ ਚੁਆਇਸ ਹੈ, ਤੁਸੀਂ ਉਸ ਚੁਆਇਸ ਨੂੰ ਕਿਸ ਤਰ੍ਹਾਂ ਗ੍ਰੈਬ ਕਰਦੇ ਹੋ। ਬਾਈਬਲ ਕਹਿੰਦੀ ਇੱਕ ਤਾਂ ਇਹ ਕਿ ਪਰਮੇਸ਼ਰ ਦੀ ਨੇੜਤਾ ਵਿੱਚ ਰਹੋ, ਵਚਨ ਨੂੰ ਸੁਣ ਕੇ ਉਹਦੇ ਤੇ ਚੱਲੋ। ਦੂਸਰਾ ਇੱਥੇ ਲਿਖਿਆ ਗਿਆ ਆਪਣੀ ਜੀਭ ਦੇ ਉੱਤੇ ਕਾਬੂ ਰੱਖੋ। ਅਸੀਂ ਬੋਲਦੇ ਕੀ ਹਾਂ? ਅਸੀਂ ਹਮੇਸ਼ਾ ਜੇ ਇਹੀ ਬੋਲਣਾ ਕਿ ਮੈਂ ਤਾਂ ਪਾਪੀ ਹਾਂ, ਮੈਂ ਤਾਂ ਪਾਪੀ ਹਾਂ, ਮੈਂ ਕਦੇ ਕੁਝ ਗਲਤ ਮੈਂ ਨਹੀਂ ਕਰ ਸਕਦਾ, ਮੈਂ ਤਾਂ ਹਮੇਸ਼ਾ ਇਸੇ ਤਰ੍ਹਾਂ ਰਵਾਂਗਾ, ਕਿੱਦਾਂ ਪਰਮੇਸ਼ਰ ਤੁਹਾਨੂੰ ਛੁਡਾ ਲੈਣਗੇ? ਬਾਈਬਲ ਕਹਿੰਦੀ ਧਾਰਮਿਕਤਾ ਦੇ ਲਈ ਮਨ ਤੋਂ, ਪਰ ਉਧਾਰ ਲਈ ਮੂੰਹ ਤੋਂ ਅੰਗੀਕਾਰ ਕਰਨਾ ਪਏਗਾ। ਹੁਣ ਉਧਾਰ ਕੀ ਆ? ਉਧਾਰ ਹੈ ਛੁਟਕਾਰਾ, ਸਾਲਵੇਸ਼ਨ, ਤੁਹਾਡੇ ਉਹਨਾਂ ਕੰਮਾਂ ਤੋਂ ਛੁਟਕਾਰਾ, ਤੁਹਾਡੀ ਉਸ ਨੇਚਰ ਤੋਂ ਛੁਟਕਾਰਾ, ਉਸ ਗਲਤ ਚੀਜ਼ ਨੂੰ ਚੁਣ ਲੈਣ ਤੋਂ, ਉਸ ਚੁਆਇਸ ਬਣਾਉਣ ਤੋਂ ਛੁਟਕਾਰਾ। ਜੇ ਮੂੰਹ ਤੋਂ ਤੁਸੀਂ ਕਨਫੈਸ ਨਹੀਂ ਕਰੋਗੇ, ਤੁਸੀਂ ਕਦੇ ਇਸ ਚੀਜ਼ ਚੋਂ ਨਿਕਲ ਨਹੀਂ ਸਕਦੇ। ਫਿਰ ਇੱਥੇ ਲਿਖਿਆ ਕਿ ਜੇ ਕੋਈ ਆਦਮੀ ਆਪਣੇ ਆਪ ਨੂੰ ਧਰਮੀ ਸਮਝੇ, ਮੂੰਹ ਤੇ ਕਾਬੂ ਨਹੀਂ ਰੱਖ ਸਕਦਾ ਤਾਂ ਆਪਣੇ ਆਪ ਨੂੰ ਧੋਖਾ ਦਿੰਦਾ। ਲਿਖਿਆ ਕਿ ਤੁਸੀਂ ਵਿਧਵਾਵਾਂ ਦਾ, ਅਨਾਥਾਂ ਦਾ ਤੁਸੀਂ ਧਿਆਨ ਰੱਖੋ ਤੇ ਆਪਣੇ ਆਪ ਨੂੰ ਸੰਸਾਰ ਦੀ ਬੁਰਾਈ ਤੋਂ ਨਿਸ਼ਕਲੰਕ ਰੱਖੋ। ਕਿੱਦਾਂ ਨਿਸ਼ਕਲੰਕ ਰੱਖੋ? ਆਪਣੇ ਮੂੰਹ ਤੇ ਕਾਬੂ ਕਰਕੇ, ਪਰਮੇਸ਼ਰ ਦੀ ਹਜ਼ੂਰੀ 'ਚ ਬੈਠ ਕੇ, ਪ੍ਰਾਰਥਨਾ ਆਰਾਧਨਾ ਕਰਕੇ। ਮੇਰੇ ਪਿਆਰਿਓ, ਇਹ ਤੁਹਾਡੀ ਚੁਆਇਸ ਹੈ ਕਿ ਸੰਡੇ ਨੂੰ ਤੁਸੀਂ ਪਰਮੇਸ਼ਰ ਦੇ ਭਵਨ 'ਚ ਹੋਵੋਗੇ ਜਾਂ ਤੁਸੀਂ ਸੋਵੋਗੇ ਜਾਂ ਤੁਸੀਂ ਆਪਣੇ ਕੰਮ ਤੇ ਹੋਵੋਗੇ। ਇਹ ਤੁਹਾਡੇ ਉੱਤੇ ਹੈ। ਪਰਮੇਸ਼ਰ ਦੀ ਇੱਛਾ ਕਿ ਤੁਸੀਂ ਉਹਦੇ ਘਰ ਦੇ ਵਿੱਚ ਹੋਵੋ। ਇਹ ਪਰਮੇਸ਼ਰ ਦੀ ਉਹਦੀ ਪ੍ਰਾਈਮ ਇੱਛਾ, ਤੁਸੀਂ ਇਕੱਠੇ ਹੋ ਕੇ ਪ੍ਰਾਰਥਨਾ ਕਰ ਸਕੋ। ਬਾਈਬਲ ਕਹਿੰਦੀ ਅੰਤਲੇ ਦਿਨਾਂ 'ਚ ਇਕੱਠੇ ਹੋ ਕੇ ਪ੍ਰਾਰਥਨਾ ਕਰਨੀ ਨਾ ਛੱਡੋ। ਅਸੀਂ ਅੰਤਲੇ ਦਿਨਾਂ 'ਚ ਜੀ ਰਹੇ ਹਾਂ। ਜੇ ਅੱਜ ਵੀ ਸਾਨੂੰ ਲੱਗਦਾ ਕਿ ਨਹੀਂ ਸੰਡੇ ਨੂੰ ਹੀ ਕਿਉਂ, ਪਰਮੇਸ਼ਰ ਤਾਂ ਹਰ ਜਗ੍ਹਾ ਮੌਜੂਦ ਹੈ। ਸ਼ੋਰ ਪਰਮੇਸ਼ਰ ਹਰ ਜਗ੍ਹਾ ਮੌਜੂਦ ਹੈ। ਜਦੋਂ ਸਾਨੂੰ ਹਵਾ ਚਾਹੀਦੀ ਹੁੰਦੀ ਹੈ, ਜਦੋਂ ਅਸੀਂ ਰੂਮ 'ਚ ਬੈਠੇ ਹੁੰਦੇ ਹਾਂ, ਹਵਾ ਤਾਂ ਰੂਮ ਦੇ ਵਿੱਚ ਆਲਰੇਡੀ ਹੈ। ਜੇ ਸਾਨੂੰ ਗਰਮੀ ਲੱਗਦੀ ਹੈ, ਫਿਰ ਅਸੀਂ ਪੱਖੇ ਨੂੰ, ਏਸੀ ਨੂੰ ਕਿਉਂ ਚਲਾਉਂਦੇ ਹਾਂ? ਉਹ ਹਵਾ ਆਪਣੇ ਆਪ ਥੋੜੀ ਕੋਈ ਜਨਰੇਟ ਕਰ ਲੈਂਦੇ ਨੇ, ਉਹ ਉਸੇ ਹਵਾ ਨੂੰ ਤੁਹਾਡੇ ਉੱਤੇ ਫਲੋ ਕਰਦੇ ਨੇ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੰਗਤੀ 'ਚ ਰਹਿੰਦੇ ਹੋ, ਪਵਿੱਤਰ ਆਤਮਾ ਤੁਹਾਡੇ ਤੇ ਫਲੋ ਕਰਦਾ, ਪਰਮੇਸ਼ਰ ਦਾ ਆਤਮਾ ਕੰਮ ਕਰਦਾ। ਹਾਲੇਲੂਇਆ। ਅਸੀਂ ਆਪਣੇ ਆਪ ਤੋਂ ਕੁਝ ਵੀ ਨਹੀਂ ਕਰ ਸਕਦੇ, ਕਰਨ ਵਾਲਾ ਪਵਿੱਤਰ ਆਤਮਾ। ਪਰ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਪਵਿੱਤਰ ਆਤਮਾ ਨੂੰ ਉਸ ਤਰ੍ਹਾਂ ਦਾ ਮਾਹੌਲ ਦਿੰਦੇ ਹਾਂ, ਪਰਮੇਸ਼ਰ ਦਾ ਆਤਮਾ ਕੰਮ ਕਰਦਾ। ਜਿਵੇਂ ਅਸੀਂ ਵਿਸ਼ਵਾਸੀਆਂ ਦੀ ਸੰਗਤੀ 'ਚ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਭਵਨ 'ਚ ਜਾ ਕੇ ਵਚਨਾਂ ਨੂੰ ਸੁਣਦੇ ਹਾਂ, ਆਰਾਧਨਾ ਕਰਦੇ ਹਾਂ, ਆਪਣੇ ਆਪ ਨੂੰ ਉੰਡੇਲ ਦਿੰਦੇ ਹਾਂ ਪਰਮੇਸ਼ਰ ਦੇ ਅੱਗੇ, ਪਰਮੇਸ਼ਰ ਕਿਸ ਤਰ੍ਹਾਂ ਕੰਮ ਨਹੀਂ ਕਰੇਗਾ? ਜੇ ਇੱਕ ਰੂਮ ਦੇ ਵਿੱਚ ਏਸੀ ਲੱਗਿਆ ਹੋਵੇ, ਤੁਸੀਂ ਭਾਵੇਂ ਨਾ ਚਾਹੋ, ਤੁਸੀਂ ਚਾਹੋ ਕਿ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਠੰਡ ਲੱਗੇ, ਜਿਵੇਂ ਤੁਸੀਂ ਏਸੀ ਵਾਲੇ ਰੂਮ ਦੇ ਵਿੱਚ ਐਂਟਰ ਕਰਦੇ ਹੋ, ਤੁਹਾਡੀ ਬਾਡੀ ਨੂੰ ਠੰਡ ਫੀਲ ਹੋਣਾ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਇੱਕ ਭੱਠੀ ਵਿੱਚ ਜਾਓ ਤੇ ਤੁਸੀਂ ਕਹੋ ਕਿ ਮੈਂ ਨਹੀਂ ਚਾਹੁੰਦਾ ਮੈਨੂੰ ਗਰਮੀ ਲੱਗੇ, ਜਿਵੇਂ ਤੁਸੀਂ ਭੱਠੀ ਦੇ ਵਿੱਚ ਐਂਟਰ ਕਰਦੇ ਹੋ, ਗਰਮੀ ਆਪਣੇ ਆਪ ਤੁਹਾਡੇ ਸਰੀਰ ਤੇ ਫੀਲ ਹੋਣ ਲੱਗਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਇੱਕ ਅੱਛੀ ਸੰਗਤੀ 'ਚ ਹੁੰਦੇ ਹੋ, ਤੁਸੀਂ ਚਾਹੋ ਚਾਹੇ ਨਾ ਚਾਹੋ, ਉਹਦਾ ਪ੍ਰਭਾਵ ਤੁਹਾਡੀ ਬਾਡੀ ਤੇ, ਤੁਹਾਡੇ ਸਰੀਰ ਤੇ, ਤੁਹਾਡੀ ਲਾਈਫ ਤੇ ਆਟੋਮੈਟਿਕਲੀ ਉਹ ਪੈਣਾ ਸ਼ੁਰੂ ਹੋ ਜਾਏਗਾ। ਹਾਲੇਲੂਇਆ। ਮੇਰੇ ਪਿਆਰਿਓ, ਇੱਕ ਪਾਰਟ ਟਾਈਮ ਕ੍ਰਿਸਚਨ ਇੱਕ ਫੁੱਲ ਟਾਈਮ ਡੈਵਲ ਨੂੰ ਕਦੇ ਨਹੀਂ ਹਰਾ ਸਕਦਾ। ਤੁਸੀਂ ਇਹ ਨਾ ਸੋਚੋ ਕਿ ਪਰਮੇਸ਼ਰ ਸਭ ਕੁਝ ਜਾਣਦੇ ਨੇ, ਉਹ ਸਭ ਕੁਝ ਕਰਨ ਵਾਲੇ ਨੇ। ਬਾਈਬਲ ਕਹਿੰਦੀ ਪਰਮੇਸ਼ਰ ਦੀ ਨਾ ਤਾਂ ਪ੍ਰੀਖਿਆ ਕੀਤੀ ਜਾ ਸਕਦੀ ਹੈ, ਨਾ ਉਹ ਆਪ ਕਿਸੇ ਦੀ ਪ੍ਰੀਖਿਆ ਕਰਦਾ। ਤੁਸੀਂ ਪਰਮੇਸ਼ਰ ਨੂੰ ਪ੍ਰੀਖਿਆ 'ਚ ਪਾਉਂਦੇ ਹੋ ਜਦੋਂ ਇਦਾਂ ਕਹਿੰਦੇ ਹੋ ਕਿ ਮੈਂ ਕੁਝ ਨਾ ਕਰਾਂ, ਤੂੰ ਹੀ ਸਭ ਕੁਝ ਕਰ, ਤੇ ਗਲਤ ਹੋਣ ਤੇ ਤੁਸੀਂ ਉਹਨੂੰ ਸ਼ਰਾਪ ਦਿੰਦੇ ਹੋ, ਉਹਨੂੰ ਕੋਸਦੇ ਹੋ। ਹਾਲੇਲੂਇਆ। ਬਾਈਬਲ ਕਹਿੰਦੀ ਤੁਹਾਡੇ ਮੂੰਹ 'ਚ ਜ਼ਿੰਦਗੀ, ਤੁਹਾਡੇ ਮੂੰਹ 'ਚ ਮੌਤ ਹੈ। ਤੁਸੀਂ ਡਿਸਾਈਡ ਕਰਨਾ ਕਿ ਅਸੀਂ ਕੀ ਕਰੀਏ। ਪਰਮੇਸ਼ਰ ਪ੍ਰੀਖਿਆ ਨਹੀਂ ਕਰਦਾ, ਤੁਹਾਡੀ ਇੱਛਾ ਹੈ ਤੁਸੀਂ ਕੀ ਕਰਨਾ। ਹਾਲੇਲੂਇਆ। ਮੇਰਾ ਇਹ ਫੇਥ ਹੈ ਕਿ ਤੁਸੀਂ ਇੱਕ ਚੰਗੀ ਇੱਛਾ ਨੂੰ ਤੁਸੀਂ ਗ੍ਰੈਬ ਕਰੋਗੇ, ਤੁਸੀਂ ਅਪਣਾਓਗੇ ਇੱਕ ਚੰਗੇ ਡਿਸੀਜ਼ਨ ਨੂੰ, ਆਪਣੇ ਆਪ ਨੂੰ ਪਰਮੇਸ਼ਰ ਦੇ ਕੰਮਾਂ ਦੇ ਲਈ, ਪਰਮੇਸ਼ਰ ਦੇ ਲਈ ਮੁਹੱਈਆ ਰੱਖੋਗੇ। ਅਸੀਂ ਪੜ੍ਹਿਆ ਅਨਾਥਾਂ ਤੇ ਵਿਧਵਾਵਾਂ ਦੀ ਸੁਧੀ ਲੈਣ ਵਾਲੇ, ਮੀਨਸ ਹੈਲਪ ਕਰਨ ਵਾਲੇ ਬਣਨਾ। ਅਸੀਂ ਹੈਲਪਰ ਬਣੀਏ, ਅਸੀਂ ਪ੍ਰੋਬਲਮ ਸੋਲਵਰ ਬਣੀਏ, ਪ੍ਰੋਬਲਮ ਕ੍ਰੀਏਟਰ ਨਾ ਬਣੀਏ।
ਹਾਲੇਲੂਇਆ। ਬਹੁਤ ਸਾਰੇ ਲੋਕ ਪ੍ਰੋਬਲਮ ਲੱਭਦੇ ਨੇ, ਕਿੱਥੇ ਥੋੜੀ ਜਿਹੀ ਪ੍ਰੋਬਲਮਾਂ ਨੂੰ ਵੱਡਾ ਕ੍ਰੀਏਟ ਕਰ ਦਿੱਤਾ ਜਾਵੇ। ਪਰਮੇਸ਼ਵਰ ਲਾਈਕ ਕਰਦਾ ਜੇ ਤੁਸੀਂ ਪ੍ਰੋਬਲਮ ਸੋਲਵਰ ਹੋ। ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਅੱਜ ਤੋਂ ਤੁਸੀਂ ਪਰਮੇਸ਼ਵਰ ਦੀ ਪ੍ਰੀਖਿਆ ਨਹੀਂ ਕਰੋਗੇ ਤੇ ਖੁਦ ਵੀ ਕਦੇ ਪ੍ਰੀਖਿਆ 'ਚ ਨਹੀਂ ਜਾਓਗੇ, ਚੰਗੀ ਚੁਆਇਸ ਬਣਾਓਗੇ। ਆਓ ਆਪਣੇ ਸਿਰਾਂ ਨੂੰ ਝੁਕਾਓ, ਅੱਖਾਂ ਨੂੰ ਬੰਦ ਕਰੋ, ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ। ਸਰਵ ਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਵਰ ਹੋ। ਖੁਦਾਵੰਦ, ਅੱਜ ਦੇ ਕਲਾਮ ਦੇ ਨਾਲ ਤੁਸੀਂ ਹਰੇਕ ਨਾਲ ਗੱਲ ਕੀਤੀ ਹੈ। ਮੇਰਾ ਇਹ ਫੇਥ ਹੈ ਪਿਤਾ ਪਰਮੇਸ਼ਵਰ, ਹਰ ਅੰਧਕਾਰ ਦੀ ਸ਼ਕਤੀ ਜੋ ਤੇਰੇ ਲੋਕਾਂ ਨੂੰ ਤੇਰੀ ਸੰਗਤੀ 'ਚ ਤੇਰੇ ਭਵਨ 'ਚ ਆਉਣ ਤੋਂ ਰੋਕਦੀ ਹੈ, ਯਿਸੂ ਮਸੀਹ ਦੇ ਨਾਮ 'ਚ ਅਸੀਂ ਉਹਨੂੰ ਕੱਟਦੇ ਹਾਂ, ਤੋੜਦੇ ਹਾਂ, ਸਮਾਨ ਤੋਂ ਅੱਗ ਸੁੱਟ ਕੇ ਉਹਨੂੰ ਖਤਮ ਕਰਦੇ ਹਾਂ। ਖੁਦਾਵੰਦ, ਤੁਸੀਂ ਸਾਨੂੰ ਇਹ ਅਥਾਰਟੀ ਦਿੱਤੀ, ਬਾਈਬਲ ਕਹਿੰਦੀ ਖੁਦਾਵੰਦ ਉਸ ਅਥਾਰਟੀ ਦੇ ਵਸੀਲੇ ਮੈਂ ਇਹਨਾਂ ਲੋਕਾਂ ਨੂੰ ਆਜ਼ਾਦ ਕਰਦਾ ਹਰ ਬੰਧਨ ਤੋਂ। ਜੇ ਕੋਈ ਬਿਮਾਰ ਹੈ, ਕਮਜ਼ੋਰ ਹੈ, ਯਿਸੂ ਮਸੀਹ ਦੇ ਨਾਮ 'ਚ ਖੁਦਾਵੰਦ ਹੀਲਿੰਗ, ਸ਼ਿਫਾ ਉਹਦੀ ਬੋਡੀ 'ਚ ਐਂਟਰ ਹੋਵੇ ਤੇ ਉਹ ਪੂਰੀ ਤਰ੍ਹਾਂ ਨਾਲ ਆਜ਼ਾਦ ਹੋਵੇ ਹਰ ਅੰਧਕਾਰ ਦੀ ਸ਼ਕਤੀ, ਸ਼ੈਤਾਨ ਦੇ ਬੰਧਨ ਤੋਂ। ਖੁਦਾਵੰਦ, ਤੇਰੇ ਭਵਨ 'ਚ ਆ ਕੇ ਤੇਰੇ ਨਾਮ ਨੂੰ ਗਵਾਹੀ ਦੇਣ ਵਾਲੇ ਹੋਣ, ਤੇਰਾ ਨਾਮ ਇਹਨਾਂ ਦੀ ਜ਼ਿੰਦਗੀਆਂ ਤੋਂ ਮਹਿਮਾ ਪਾਏ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਮੰਗਦੇ ਹਾਂ, ਆਮੀਨ, ਆਮੀਨ। ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਪਰਮੇਸ਼ਰ ਦੇ ਭਵਨ 'ਚ ਆ ਕੇ ਮੀਟਿੰਗ ਨੂੰ ਅਟੈਂਡ ਕਰਨਾ ਚਾਹੁੰਦੇ ਹੋ, ਅਸੀਂ ਹਰ ਇਤਵਾਰ ਪਰਮੇਸ਼ਰ ਦੇ ਭਵਨ ਦੇ ਵਿੱਚ ਮਿਲਦੇ ਹਾਂ। ਐਡਰੈਸ ਤੁਹਾਡੀ ਸਕਰੀਨ ਦੇ ਉੱਤੇ ਦਿੱਤਾ ਗਿਆ, 660 ਈਸਟ 51st ਐਵਨਿਊ, ਵੈਂਕੂਵਰ, BC। ਇਸ ਤੋਂ ਇਲਾਵਾ ਜੇ ਤੁਹਾਡੀ ਕੋਈ ਵੀ ਪ੍ਰੇਅਰ ਰਿਕੁਐਸਟ ਹੈ, ਕੋਈ ਵੀ ਕੁਐਸਚਨ ਹੈ, ਕੋਈ ਵੀ ਡਾਊਟ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਤੇ ਦਿੱਤੇ ਗਏ ਨੇ, 7788922250, 6044540101। ਮੇਰਾ ਇਹ ਵਿਸ਼ਵਾਸ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਬੈਠਣ ਦੀ ਇਸ ਮਹੱਤਤਾ ਨੂੰ ਸਮਝ ਜਾਓਗੇ, ਚੁਆਇਸ ਨੂੰ ਲੈ ਲਓਗੇ, ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ। ਹਾਲੇਲੂਇਆ। ਅਸੀਂ ਫਿਰ ਮਿਲਾਂਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬlesਸ ਯੂ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯਿਸੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ